जी के दर्शन दिदारे करके हाजरियां भर के समा सफल कर रहे हो, क्योंकि सतगुरु जी कहते हैं वही थां पवित्र है जिथे सतगुरु जी के गुरु कीਆਂ संगतां ਦੇ चरण पाए जाते हैं, परमेश्वर ਨੂੰ याद किया जाता है। सो आप संगतां भली प्रकार जाणदियां हो कि परसों रोज़ तो जो कि महान भगत धन्ना जी के जन्म दिहाड़े ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਸੰਗਤਾਂ ਨੇ ਕੁਝ ਸਮੇਂ ਤੋਂ ਇਹ ਜਿਹੜਾ ਅਸੀਂ ਅੱਜ ਦਾ ਦਿਹਾੜਾ ਜਿਹੜਾ ਇਹਨੂੰ ਮਨਾਉਣ ਦਾ ਉਪਰਾਲਾ ਕੀਤਾ। ਗੁਰੂ ਕੀ ਸਾਧ ਸੰਗਤ ਉਸੇ ਪ੍ਰਕਾਰ ਅੱਜ ਜੋ ਪਰਸੋਂ ਦੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦਾ ਹੁਣ ਆਪ ਜੀ ਨੇ ਭੋਗ ਸਰਵਣ ਕੀਤਾ, ਪ੍ਰੰਤ ਅਰਦਾਸ ਬੇਨਤੀ ਤੋਂ ਬਾਅਦ ਸਤਿਗੁਰਾਂ ਦਾ ਜੋ ਹੁਕਮਨਾਮਾ ਆਇਆ ਹੈ ਤੇ ਇੱਥੇ ਗੁਰੂ ਕੇ ਲੰਗਰ ਦੇ ਸੇਵਾਦਾਰ ਪ੍ਰਬੰਧਕਾਂ ਵੱਲੋਂ ਜੋ ਹੁਕਮ ਹੋਇਆ ਹੈ ਕਿ ਕੁਝ ਸਮੇਂ ਵਾਸਤੇ ਗੁਰੂ ਕੀ ਸਾਧ ਸੰਗਤ ਇਸ ਪਵਿੱਤਰ ਹੁਕਮਨਾਮੇ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਰਹਿਮਤ ਕਰਨ। ਇਸ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਨਮਾਨਯੋਗ ਸਾਧ ਸੰਗਤ ਜੋ ਕਿ ਵਿਦਵਾਨਾਂ ਦੀ ਲਿਖਤ ਅਨੁਸਾਰ ਜੋ ਗੁਰੂ ਕੀ ਸਾਧ ਸੰਗਤ 1416 ਈਸਵੀ ਨੂੰ ਜੋ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਦੱਸਿਆ ਗਿਆ ਹੈ, ਭਾਵੇਂ ਕਿ ਕੁਝ ਵਿਦਵਾਨਾਂ ਨੇ 1415 ਦੱਸਿਆ ਹੈ, ਪਰ ਜਿੱਥੇ ਭਗਤ ਧੰਨਾ ਜੀ ਮਹਾਰਾਜ ਜੀ ਦਾ ਜਨਮ ਸਥਾਨ ਹੈ, ਜਨਮ ਭੂਮੀ ਹੈ, ਉੱਥੇ ਸੇਵਾ ਕਰਾਉਣ ਵਾਲੇ ਮਹਾਂਪੁਰਖ ਧੰਨ ਧੰਨ ਬਾਬਾ ਤਾਰਾ ਸਿੰਘ ਸਾਹਿਬ ਜੀ ਸਰਿਆਲੀ ਸਾਹਿਬ ਵਾਲੇ, ਉਹਨਾਂ ਤੋਂ ਵਰਸਾਏ ਹੋਏ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ, ਜਿਨ੍ਹਾਂ ਦੀ ਕਿ ਉੱਥੇ ਸੇਵਾ ਦੀ ਜ਼ਿੰਮੇਵਾਰੀ ਚੱਲ ਰਹੀ ਹੈ, ਜਿਨ੍ਹਾਂ ਨੇ ਇਹਨਾਂ ਭਗਤਾਂ ਦਾ ਸਥਾਨ ਵੀ ਬਣਾਉਣਾ ਕੀਤਾ, ਹੋਰ ਕਈ ਪ੍ਰਕਾਰ ਸੇਵਾ ਉੱਥੇ ਆਰੰਭ ਕੀਤੀ ਹੋਈ ਹੈ। ਉਹਨਾਂ ਜੋ ਉੱਥੋਂ ਦੇ ਮੁਤਾਬਕ ਜਾਣਕਾਰੀ ਅਨੁਸਾਰ ਇਤਿਹਾਸ ਜਿਹੜਾ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਗੁਰੂ ਕੀ ਸਾਧ ਸੰਗਤ ਉਹਦੇ ਵਿੱਚ 1416 ਈਸਵੀ ਦੱਸਿਆ ਗਿਆ ਹੈ। ਸੋ ਰਹੋ ਵਿਚਾਰ। ਗੁਰੂ ਕੀ ਸਾਧ ਸੰਗਤ ਇਹਨਾਂ ਦਾ ਜਨਮ ਜਿਹੜਾ ਹੈ ਰਾਜਸਥਾਨ ਦੇ ਜ਼ਿਲ੍ਹਾ ਟੌਂਕ ਦੇ ਪਿੰਡ ਧੂਹਾਂ ਦਾ ਜਨਮ ਦੱਸਿਆ ਗਿਆ ਹੈ, ਜਿਹਨੂੰ ਕਿ ਧੂਹਾਨ ਵੀ ਕਿਹਾ ਜਾਂਦਾ ਹੈ। ਅਤੇ ਗੁਰੂ ਕੀ ਸਾਧ ਸੰਗਤ ਇਹਨਾਂ ਦਾ ਜਿਹੜਾ ਬਚਪਨ ਦਾ ਜੀਵਨ ਹੈ, ਆਮ ਕਰਕੇ ਇਸ 'ਤੇ ਸਾਡੇ ਵਿਦਵਾਨ ਜਿਹੜੇ ਬਹੁਤੇ ਇਹੀ ਗੱਲ ਕਹਿੰਦੇ ਹਨ ਕਿ ਪੱਥਰਾਂ ਵਾਲੀ ਗੱਲ ਦੀ ਕੋਈ ਗੱਲ ਨਹੀਂ। ਜੋ ਧੰਨੇ ਨੂੰ ਬਾਹਮਣ ਤਰਲੋਚਨ ਨੇ ਪੰਡਤ ਨੇ ਜਿਹੜਾ ਉਹ ਪੱਥਰ ਦਿੱਤਾ ਸੀ ਠਾਕਰ ਦੇ ਭੁਲੇਵੇ, ਇਹ ਗੱਲ ਨਹੀਂ ਹੈ। ਗੁਰੂ ਕੀ ਸਾਧ ਸੰਗਤ ਇਹ ਵੱਖਰੀ ਗੱਲ ਹੈ ਕਿ ਗੁਰਬਾਣੀ ਵਿੱਚ ਸਤਿਗੁਰਾਂ ਦੀ ਜੋ ਕਿਰਪਾ ਹੋਈ ਹੈ, ਧੰਨੇ ਭਗਤ ਜੀ ਦੇ ਫਰਮਾਨ ਜਿਹੜੇ ਦਰਜ ਹੋਏ ਹਨ, 3 ਸ਼ਬਦ ਹਨ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 2 ਸ਼ਬਦ ਜਿਹੜੇ ਹਨ ਆਸਾ ਰਾਗ ਦੇ ਵਿੱਚ ਹਨ, 1 ਸ਼ਬਦ ਧਨਾਸਰੀ ਰਾਗ ਵਿੱਚ ਹੈ। ਅਤੇ ਇਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਭਗਤ ਧੰਨਾ ਜੀ ਬਾਰੇ ਜੋ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਹੈ, ਉਹਦੇ ਅਨੁਸਾਰ ਗੁਰੂ ਕੀ ਸਾਧ ਸੰਗਤ ਦੀ ਜਾਣਕਾਰੀ ਮਿਲਦੀ ਹੈ। ਮਹਾਂਪੁਰਖਾਂ ਤੋਂ, ਸਿਆਣੇ ਗੁਰਸਿੱਖਾਂ ਤੋਂ ਵਿਚਾਰ ਸਰਵਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਭਾਈ ਇਸ ਗੱਲ ਨੂੰ ਵਿਚਾਰਨਾ ਵੀ ਜ਼ਰੂਰੀ ਹੈ ਕਿ ਜਿਸ ਬਾਣੀ ਨੂੰ ਗੁਰੂ ਕੀ ਕੁੰਜੀ ਦੱਸਿਆ ਗਿਆ ਹੈ, ਭਾਈ ਗੁਰਦਾਸ ਜੀ ਦੀ ਜੋ ਰਚਨਾ ਹੈ, ਜਿਸ ਨੂੰ ਪੜ੍ਹਿਆ ਗੁਰਬਾਣੀ ਦੇ ਅਨੇਕਾਂ ਭੇਦ ਜਿਹੜੇ ਖੁੱਲ੍ਹ ਜਾਂਦੇ ਹਨ। ਅਤੇ ਗੁਰੂ ਕੀ ਸਾਧ ਸੰਗਤ ਉਹਦੇ ਅਨੁਸਾਰ ਜੋ ਜੀਵਨ ਲਿਖਿਆ ਹੈ ਕਿ ਪਹਿਲਾ ਜੀਵਨ ਜਿਹੜਾ ਹੈ, ਜਿਵੇਂ ਸਤਿਗੁਰਾਂ ਕਿਹਾ ਭੋਲੇ ਭਾਏ ਮਿਲੇ ਰਘੁ ਰਾਇਆ, ਉਹਦੇ ਅਨੁਸਾਰ ਸਿੱਧਾ ਸਾਦਾ ਜੀਵਨ ਭਾਵ ਉਹ ਹੈ ਕਿ ਜਿਹਦੇ ਵਿੱਚ ਕੋਈ ਵਲ ਛਲ ਨਹੀਂ। ਭੋਲੇ ਭਾਵ ਨੂੰ ਇਹ ਨਹੀਂ ਕਹਿ ਸਕਦੇ ਕਿ ਜਿਹਨੂੰ ਕੋਈ ਸੋਝੀ ਨਹੀਂ। ਇੱਥੇ ਭੋਲੇ ਭਾਵ ਦਾ ਭਾਵ ਇਹ ਹੈ ਕਿ ਜਿਹਦੇ ਵਿੱਚ ਅੰਦਰ ਕੋਈ ਵਲ ਛਲ ਨਹੀਂ, ਕੋਈ ਹੰਕਾਰ ਨਹੀਂ। ਇਸ ਤਰ੍ਹਾਂ ਦੀ ਵਿਧੀ ਜਿਹੜੀ ਹੈ ਉਹਦੇ ਅਨੁਸਾਰ ਉਹਨਾਂ ਦੀ ਮੱਤ ਪਰਮੇਸ਼ਰ ਨੇ ਬਖਸ਼ੀ ਹੈ। ਅਤੇ ਪਹਿਲਾ ਆਰੰਭ ਜਿਵੇਂ ਹੋਇਆ ਭਾਈ ਗੁਰਦਾਸ ਜੀ ਨੇ ਕਥਨ ਕੀਤਾ। ਇਸ ਤੋਂ ਉਪਰੰਤ ਜਿਵੇਂ ਸੰਤਾਂ ਮਹਾਂਪੁਰਖਾਂ ਦੀ ਭਗਤਾਂ ਦੀ ਉਹਨਾਂ ਨੇ ਜੀਵਨੀ ਸੁਣਨੀ ਕੀਤੀ ਹੈ, ਸਿਆਣੇ ਗੁਰਸਿੱਖਾਂ ਕੋਲੋਂ, ਪਰਮੇਸ਼ਰ ਦੇ ਪਿਆਰਿਆਂ ਦੇ ਕੋਲੋਂ। ਫਿਰ ਅੱਗੇ ਤੋਂ ਅਗਨ ਇਹਨਾਂ ਦੀ ਜਿਹੜੀ ਰੁਚੀ ਸੀ ਉਹ ਪ੍ਰਭੂ ਭਗਤੀ ਵੱਲ ਹੋਰ ਵੱਧਦੀ ਗਈ। ਅਤੇ ਫਿਰ ਉਸ ਤੋਂ ਅੱਗੇ ਗੁਰੂ ਕੀ ਸਾਧ ਸੰਗਤ ਮਹਾਂਪੁਰਖਾਂ ਦਾ, ਬ੍ਰਹਮ ਗਿਆਨੀਆਂ ਦਾ ਮੇਲ ਹੋਇਆ, ਪਰਮੇਸ਼ਰ ਦੇ ਪਿਆਰਿਆਂ ਦਾ।
ਜਿਨ੍ਹਾਂ ਤੋਂ ਇਹਨਾਂ ਨੂੰ ਸੱਚਾ ਉਪਦੇਸ਼ ਪ੍ਰਾਪਤ ਹੋਇਆ ਹੈ। ਇਸ ਕਾਰਨ ਕਰਕੇ ਜਿਹੜਾ ਆਰੰਭ ਦਾ ਸ਼ਬਦ ਹੈ ਤੇ ਉਹ ਵੀ ਆਪਾਂ ਨੂੰ ਵਿਚਾਰਨਾ ਚਾਹੀਦਾ ਹੈ, ਜੋ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਹੈ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ 1416 ਜਾਂ 15 ਕਹਿ ਲਈਏ, ਭਾਵ ਕਿ ਜਿੱਥੇ ਮਹਾਂਪੁਰਖਾਂ ਨੇ ਸੇਵਾ ਆਰੰਭ ਕਰਵਾਈ ਹੈ, ਉਹਨਾਂ ਵੀ ਬੜਾ ਕੁਝ ਵਿਚਾਰ ਕਰਕੇ, ਸਿਆਣਿਆਂ ਵਿਦਵਾਨਾਂ ਨਾਲ ਵਿਚਾਰ ਕਰਕੇ ਉਹਨਾਂ ਦਾ ਜਨਮ ਦਿਹਾੜਾ ਸਮਾਂ ਲਿਖਣਾ ਕੀਤਾ ਹੈ। ਤੇ ਗੁਰੂ ਕੀ ਸਾਧ ਸੰਗਤ ਉਸ ਧਰਤੀ ਦੇ ਉੱਤੇ ਜਦੋਂ ਇਹਨਾਂ ਨੇ ਆਪਣੀ ਕਿਰਤ ਕਮਾਈ ਕਰਨਾ ਕੀਤੀ ਹੈ ਤੇ ਪਰਮੇਸ਼ਰ ਦੇ ਭਰੋਸੇ ਵਿੱਚ ਇੱਥੋਂ ਤੱਕ ਦੱਸਿਆ ਹੈ ਕਿ ਕਈ ਵਾਰ ਕੋਈ ਸੰਤ ਸਾਧੂ ਵੀ ਰਸਤੇ ਵਿੱਚ ਮਿਲ ਪੈਂਦੇ ਤੇ ਜਿਹੜਾ ਅਨਾਜ ਜਿਹੜਾ ਬੀਜਣ ਜਾਂਦੇ ਸਨ, ਕਈ ਵਾਰ ਉਹਨਾਂ ਨੂੰ ਦਾਨ ਕਰ ਦਿੰਦੇ ਤੇ ਪਰਮੇਸ਼ਰ ਦਾ ਨਾਮ ਲੈ ਕਰਕੇ ਧਰਤੀ ਵਿੱਚ ਰੱਬ ਰੱਬ ਕਰਕੇ ਆ ਜਾਂਦੇ। ਤੇ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਹੋ ਕਿ ਉਹਦੇ ਵਿੱਚੋਂ ਕੁਝ ਹੀ ਅਨਾਜ ਜਿਹੜਾ ਧਰਤੀ ਦੇ ਵਿੱਚ ਬੀਜਦੇ, ਬਾਕੀ ਸੰਤਾਂ ਨੂੰ ਦਾਨ ਕਰ ਦਿੰਦੇ। ਪਰ ਉਦੋਂ ਪਤਾ ਲੱਗਦਾ ਕਿ ਜਦੋਂ ਫਸਲ ਦੀ ਪੈਦਾਵਾਰ ਬਹੁਤ ਜ਼ਿਆਦਾ ਹੁੰਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਇਹਨਾਂ ਦੇ ਕੌਤਕ ਹਨ। ਇਹਨਾਂ ਦੀ ਸੱਚੀ ਭਗਤੀ ਵੇਖ ਕਰਕੇ, ਕਿਉਂਕਿ ਜਦੋਂ ਉਹ ਭਾਵੇਂ ਠਾਕਰ ਦਾ ਜਿਹੜਾ ਇਹਨਾਂ ਨੂੰ ਜਿਹੜਾ ਠਾਕਰ ਦੇ ਭਲੇ ਵੱਟਾ ਦਿੱਤਾ ਸੀ ਤਰਲੋਚਨ ਪੰਡਤ ਨੇ, ਤੇ ਧੰਨੇ ਭਗਤ ਦਾ ਵਿਸ਼ਵਾਸ ਹੋ ਗਿਆ ਕਿ ਪਰਮੇਸ਼ਰ ਨੂੰ ਹੁਣ ਮੈਂ ਭੋਗ ਲਵਾ ਕੇ ਫਿਰ ਹੀ ਕੋਈ ਜਲ ਪਾਣੀ ਛਕਾਂਗਾ। ਆਪ ਸੰਗਤਾਂ ਜਾਣਦੀਆਂ ਹੋ ਗੁਰੂ ਕੀ ਸਾਧ ਸੰਗਤ। ਇਸ ਕਰਕੇ ਜਦੋਂ ਇਸ ਗੱਲ 'ਤੇ ਉਹਨਾਂ ਨੇ ਪੱਕਾ ਇਰਾਦਾ ਦ੍ਰਿੜ ਕਰ ਲਿਆ ਤੇ ਇੱਥੋਂ ਤੱਕ ਬੇਨਤੀਆਂ ਕੀਤੀਆਂ, ਮਹਾਰਾਜ ਜਿੰਨਾ ਚਿਰ ਤੁਸੀਂ ਆਪ ਕੁਝ ਛਕੋਗੇ ਨਹੀਂ ਤੇ ਮੈਂ ਵੀ ਆਪਣਾ ਅੰਦਰ ਜਿਹੜਾ ਹੈ ਉਸੇ ਤਰ੍ਹਾਂ ਰੱਖਾਂਗਾ, ਭੁੱਖਾ ਉਹਦੇ ਅੰਦਰ ਪੇਟ ਵਿੱਚ ਕੁਝ ਨਹੀਂ ਪਾਵਾਂਗਾ, ਜਲ ਤੱਕ ਨਹੀਂ ਛਕਣਾ ਜੇ ਆਪ ਕਿਰਪਾ ਨਾ ਕਰੋਗੇ। ਉਸ ਦੀ ਦ੍ਰਿੜ ਭਗਤੀ ਵੇਖ ਕਰਕੇ ਗੁਰੂ ਕੀ ਸਾਧ ਸੰਗਤ ਪਰਮੇਸ਼ਰ ਨੇ ਆਪਣੇ ਫਿਰ ਉਹਨਾਂ ਨੂੰ ਪ੍ਰਤੱਖ ਦਰਸ਼ਨ ਦਿੱਤੇ ਤੇ ਉਹਨਾਂ ਜਲ ਪਾਣੀ ਛਕਣਾ ਕੀਤਾ ਤੇ ਨਿਹਾਲ ਕੀਤਾ। ਇਸ ਤੋਂ ਇਲਾਵਾ ਆਪ ਜਾਣਦੇ ਹੋ ਇੱਥੇ ਹੀ ਬਸ ਨਹੀਂ ਕਿ ਵੇਖੋ ਕਿੱਡੀ ਵੱਡੀ ਕਮਾਈ ਹੈ ਕਿ ਧੰਨੇ ਭਗਤ ਦੇ ਆਪ ਕਾਰਜ ਪਰਮੇਸ਼ਰ ਨੇ ਨਾਲ ਹੋ ਕੇ ਪ੍ਰਤੱਖ ਰੂਪ ਵਿੱਚ ਸਵਾਰੇ ਹਨ। ਤੇ ਫਿਰ ਜਿਵੇਂ ਗੁਰਬਾਣੀ ਕਹਿੰਦੀ, ਮੰਨੈ ਤਰੈ ਤਾਰੇ ਗੁਰ ਸਿੱਖ, ਇਹਨਾਂ ਪੰਕਤੀਆਂ ਅਨੁਸਾਰ ਵੀ ਵੇਖੋ ਭਾਵੇਂ ਉਹਦੇ ਨਾਲ ਉਹ ਪੰਡਤ ਨੇ ਛਲ ਕੀਤਾ ਜਾਂ ਕੁਝ ਵੀ ਹੋਇਆ, ਇੱਥੋਂ ਜਿੱਥੋਂ ਪ੍ਰੇਰਨਾ ਮਿਲੀ ਸੀ, ਉਹਨੇ ਕਿਹਾ ਮੈਨੂੰ ਤੇ ਤੇਰਾ ਪਰਮੇਸ਼ਰ ਦਿਸਦਾ ਨਹੀਂ, ਤੂੰ ਕਹਿੰਦਾ ਮੇਰੇ ਠਾਕਰ ਕਾਜ ਸਵਾਰਦਾ ਹੈ। ਗੁਰੂ ਕੀ ਸਾਧ ਸੰਗਤ ਮਹਾਰਾਜ ਦਾ ਫਰਮਾਨ ਹੈ ਕਿ ਜਿੰਨਾ ਚਿਰ ਦਿਵ ਦ੍ਰਿਸ਼ਟੀ ਨਹੀਂ ਹੁੰਦੀ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ, ਤੇ ਇਹ ਪਰਮੇਸ਼ਰ ਭਾਵੇਂ ਪੱਤੇ ਪੱਤੇ ਵਿੱਚ ਵੱਸਦਾ ਹੈ, ਸਾਨੂੰ ਨਜ਼ਰ ਨਹੀਂ ਆਉਂਦਾ। ਕਿੱਡੀ ਹੈਰਾਨੀ ਦੀ ਗੱਲ ਹੈ ਉਹ ਸਾਰਿਆਂ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਤੇ ਪਰ ਨਜ਼ਰ ਉਹਨਾਂ ਨੂੰ ਆਉਂਦਾ ਹੈ ਜਿਨ੍ਹਾਂ ਨੇ ਸਤ ਵਚਨ ਕਹਿ ਕਰਕੇ ਸਤਪੁਰਸ਼ਾਂ ਦਾ ਵਚਨ ਮੰਨਿਆ, ਸੁਣ ਕੇ ਮੰਨ ਲਿਆ ਤੇ ਮੰਨ ਕੇ ਉਹਦੀ ਕਮਾਈ ਕੀਤੀ ਤੇ ਆਪਣਾ ਜੀਵਨ ਉਹਦੇ ਅਨੁਸਾਰ ਢਾਲ ਲਿਆ। ਤੇ ਫਿਰ ਉਸ ਪੰਡਤ ਨੂੰ ਹੀ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਹ 'ਤੇ ਵੀ ਕਿਰਪਾ ਕਰੋ, ਉਹਨੂੰ ਵੀ ਦਰਸ਼ਨ ਦਿਖਾਲਣਾ ਕੀਤੇ। ਤੇ ਇਸੇ ਪ੍ਰਕਾਰ ਗੁਰੂ ਕੀ ਸਾਧ ਸੰਗਤ ਉਹ ਧਰਤੀ ਪਵਿੱਤਰ ਕੀਤੀ ਹੈ। ਇੱਥੋਂ ਤੱਕ ਕਈਆਂ ਪ੍ਰੇਮੀਆਂ ਦਾ ਵਿਸ਼ਵਾਸ ਹੈ ਕਿ ਉਸ ਧਰਤੀ ਤੋਂ ਜਾ ਕਰਕੇ ਜਦੋਂ ਨਮਸਕਾਰ ਕਰਦੇ ਹਨ, ਮਿੱਟੀ ਲਿਆਣ ਕੇ ਆਪਣੀ ਜੋ ਪੈਦਾ ਖੇਤੀ ਦੇ ਵਿੱਚ ਖਿਲਾਰਦੇ ਹਨ, ਛੱਟਾ ਦਿੰਦੇ ਹਨ ਕਿ ਜਿੱਥੇ ਪਰਮੇਸ਼ਰ ਦੀ ਚਰਨ ਛੋਹ ਵਾਲੀ ਧਰਤੀ ਹੈ, ਸਾਡੇ ਇੱਥੇ ਧਰਤੀ ਦੇ ਵਿੱਚ ਵੀ ਪੈਦਾਵਾਰ ਦਾ ਵਾਧਾ ਹੋ ਜਾਵੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਆਪ ਸੰਗਤਾਂ ਜਾਣਦੀ ਹੋ ਅੱਜ ਤੋਂ ਕੁਝ ਸਮਾਂ ਪਹਿਲਾਂ ਉਹ ਮਹਾਂਪੁਰਖ ਧੰਨ ਬਾਬਾ ਲੱਖਾ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ ਵਿਸ਼ਵ ਭਰ ਦੇ ਵਿੱਚ ਇਹ ਸੰਸਾਰ ਨੂੰ ਦੱਸ ਦਿੱਤਾ ਕਿ ਧੰਨਾ ਭਗਤ ਜੀ ਦਾ ਜਨਮ ਸਥਾਨ ਕਿੱਥੇ ਹੈ ਤੇ ਕਿਵੇਂ ਉਹਨਾਂ ਨੇ ਪਰਮੇਸ਼ਰ ਦੀ ਕਿਰਪਾ ਕੀਤੀ। ਸਮੂਹ ਸੰਗਤਾਂ ਨੇ ਆਮ ਬਹੁਤ ਗਿਣਤੀ ਵਿੱਚ ਜਾ ਕਰਕੇ ਉੱਥੇ ਦਰਸ਼ਨ ਦਿਦਾਰੇ ਕੀਤੇ ਹਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਫਿਰ ਹੋਰ ਵੀ ਧਰਤੀ 'ਤੇ ਆ ਕਰਕੇ ਇਹਨਾਂ ਨੇ ਵਿਚਰਨਾ ਕੀਤਾ ਹੈ ਤੇ ਪਰਮੇਸ਼ਰ ਦੇ ਪਿਆਰਿਆਂ ਨੂੰ ਜਿਹੜਾ ਨਿਹਾਲ ਕੀਤਾ ਹੈ, ਜੀ ਭੁੱਲੇ ਹੋਏ ਸੰਸਾਰ ਦੇ ਉਹਨਾਂ ਨੂੰ ਤਾਰਨਾ ਕੀਤਾ ਹੈ। ਇਸ ਪ੍ਰਕਾਰ ਇਹਨਾਂ ਦੀ 60 ਸਾਲ ਦੀ ਕੁੱਲ ਉਮਰ ਜਿਹੜੀ ਹੈ ਵਿਦਵਾਨਾਂ ਨੇ ਲਿਖਣਾ ਕੀਤੀ ਹੈ। ਜੇ 1416 ਤੋਂ ਇਹਨਾਂ ਦਾ ਜਨਮ ਮੰਨਿਆ ਜਾਵੇ ਤੇ ਇਸੇ ਤਰ੍ਹਾਂ 1574 ਦੇ ਵਿੱਚ ਇਹਨਾਂ ਨੇ ਆਪਣਾ ਸਰੀਰਕ ਚੋਲਾ ਜਿਹੜਾ ਤਿਆਗਣਾ ਕੀਤਾ ਹੈ। ਸਾਰਾ ਜਨਮ ਜਿਹੜਾ ਪਰਮੇਸ਼ਰ ਦੇ ਲੇਖੇ ਲਾਉਣਾ ਕੀਤਾ, ਇੱਥੋਂ ਤੱਕ ਦੱਸਿਆ ਗਿਆ ਹੈ। ਗੁਰੂ ਕੀ ਸਾਧ ਸੰਗਤ ਇਹਨਾਂ ਦੇ ਕੋਲ ਜੋ ਬਲਦਾਂ ਵਾਲਾ ਗੱਡਾ ਸੀ, ਜਦੋਂ ਸੱਚਖੰਡ ਨੂੰ ਜਾਣ ਲੱਗੇ ਤੇ ਸਾਰੇ ਨਗਰ ਦੇ ਵਿੱਚ ਉੱਚੀ ਆਵਾਜ਼ ਦੇ ਨਾਲ ਆਵਾਜ਼ ਦਿੱਤੀ, ਭਾਈ ਪਰਮੇਸ਼ਰ ਵੱਲੋਂ ਖੁੱਲ੍ਹਾ ਸੱਦਾ ਹੈ, ਆਓ ਜਿਹਨੇ ਸੱਚਖੰਡ ਜਾਣਾ ਹੈ
ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਗੁਰੂ ਕੀ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਸੀ ਉਹ ਜਾਣ ਸਕਦੇ ਸਨ, ਪਰ ਜਿਨ੍ਹਾਂ ਨੂੰ ਕੁਝ ਇਸ ਬਾਰੇ ਜਾਣਕਾਰੀ ਨਹੀਂ ਪਰਮੇਸ਼ਰ ਦੀ ਤਾਕਤ ਦੀ, ਉਹ ਕਹਿਣ ਲੱਗੇ ਕਦੀ ਐਵੇਂ ਵੀ ਕੋਈ ਗਿਆ ਹੈ। ਗੁਰੂ ਕੀ ਸਾਧ ਸੰਗਤ ਦੱਸਿਆ ਜਾਂਦਾ ਕਿ ਨਾ ਆਲੇ ਦੁਆਲੇ ਨਗਰ ਦੇ ਗੱਡਾ ਫੇਰਿਆ ਹੈ, ਅਤੇ ਇਸ ਕਰਕੇ ਜਦੋਂ ਜਾਣ ਲੱਗੇ ਪਰਮੇਸ਼ਰ ਦੇ ਨਾਲ ਇਕਮਿਕ ਹੋਣ ਲੱਗੇ ਤੇ ਉਸ ਵੇਲੇ ਸਾਰੇ ਧੂੰਆਂ ਹੀ ਧੂੰਆਂ ਹੋ ਗਿਆ, ਤੇ ਪਤਾ ਨਹੀਂ ਲੱਗਾ ਉਹ ਗੱਡਾ ਫਿਰ ਕਿੱਧਰ ਗਿਆ। ਕਿਸੇ ਨੂੰ ਇਸ ਗੱਲ ਦਾ ਅੱਜ ਤੱਕ ਪਤਾ ਨਹੀਂ ਲੱਗਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਇਸ ਪ੍ਰਕਾਰ ਉਹਨਾਂ ਨੇ ਇਹ ਕੌਤਕ ਵਰਤਾ ਦਿੱਤਾ। ਗੁਰੂ ਕੀ ਸਾਧ ਸੰਗਤ ਉਸ ਧੂਆਂ ਪਿੰਡਾ, ਧੂਆਨ ਜਿਹੜਾ ਹੈ ਉਹਨੂੰ ਅੱਜ ਕੱਲ੍ਹ ਧੂਆਂ ਪਿੰਡ ਵੀ ਕਿਹਾ ਜਾਂਦਾ ਹੈ। ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਇਹ ਜਿਹੜੀ ਜਾਣਕਾਰੀ ਹੈ ਇਹਦਾ ਤਾਂ ਹੀ ਸੰਗਤਾਂ ਤੱਕ ਪਤਾ ਲੱਗਾ ਹੈ ਕਿ ਸਿਆਣਿਆਂ ਪੁਰਖਾਂ ਦੇ ਕੋਲੋਂ, ਗੁਰਮੁਖਾਂ ਪਿਆਰਿਆਂ ਦੇ ਕੋਲੋਂ ਇਹ ਵਿਚਾਰ ਸੁਣੀ ਕਿ ਭਾਈ ਹੋਰ ਵੀ ਜਿੰਨੇ ਪਰਮੇਸ਼ਰ ਦੇ ਪਿਆਰੇ ਭਗਤ ਹੋਏ ਹਨ, ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਸਤਿਗੁਰਾਂ ਦਰਜ ਕੀਤਾ, ਉਹਨਾਂ ਦੇ ਬਚਨ ਦਰਜ ਕੀਤੇ ਹਨ, ਅਤੇ ਉਹਨਾਂ ਦੇ ਆਮ ਕਰਕੇ ਦਿਹਾੜੇ ਮਨਾਏ ਜਾਂਦੇ ਹਨ। ਪਰ ਇਹ ਧੰਨਾ ਭਗਤ ਜੀ ਦਾ ਦਿਹਾੜਾ ਬਹੁਤ ਸੰਗਤਾਂ ਘੱਟ ਮਨਾਉਂਦੀਆਂ ਹਨ। ਇਸ ਕਰਕੇ ਗੁਰੂ ਕੀ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦਾ ਜਿਹੜਾ ਸੁਝਾਅ ਮਿਲਣ ਕਰਕੇ, ਹੁਕਮ ਮਿਲਣ ਕਰਕੇ, ਅਤੇ ਸੰਗਤਾਂ ਦੀ ਜਿਹੜੇ ਨਾਲ ਵਿਚਾਰ ਸਾਂਝੀ ਹੋਣ ਕਰਕੇ, ਅਤੇ ਇਸ ਨਗਰ ਝੰਡੇਰ ਦੀ ਸੰਗਤ ਨੇ ਵੀ ਉਪਰਾਲਾ ਕਰਨਾ ਕੀਤਾ। ਭਾਵੇਂ ਕਿ ਕਈਆਂ ਦੇ ਮਨ ਵਿੱਚ ਇਹ ਵੀ ਹੈ ਵਿਚਾਰ ਸੀ ਕਿ ਅੱਗੇ ਵੀ ਕਈ ਦਿਹਾੜੇ ਮਨਾਏ ਜਾਂਦੇ ਹਨ, ਪਰ ਗੁਰੂ ਕੀ ਸਾਧ ਸੰਗਤ ਧੰਨ ਹੈ ਇਹ ਸੰਗਤ ਜਿਨ੍ਹਾਂ ਨੇ ਇਹ ਬਚਨ ਮੰਨ ਕੇ ਅਤੇ ਇਹਨਾਂ ਭਗਤਾਂ ਦਾ ਵੀ ਦਿਹਾੜਾ ਮਨਾਉਣਾ ਆਰੰਭ ਕੀਤਾ। ਕਿਉਂਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ, ਉਹਨਾਂ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਚਾਹੀਦਾ ਹੈ। ਜਿਹੜੇ ਗੁਰੂ ਕੇ ਪੁਰਬ ਮਨਾਉਂਦੇ ਹਨ, ਭਗਤਾਂ ਦੇ ਦਿਹਾੜੇ ਮਨਾਉਂਦੇ ਹਨ, ਹੋਰ ਸੰਤਾਂ ਮਹਾਂਪੁਰਖਾਂ ਸ਼ਹੀਦਾਂ ਦੇ ਦਿਹਾੜਿਆਂ ਨੂੰ ਮਨਾਉਂਦੇ ਹਨ ਅਤੇ ਸੰਗਤਾਂ ਨੂੰ ਉਹਦੇ ਤੋਂ ਜਾਣੂ ਕਰਾਉਂਦੇ ਹਨ, ਉਹ ਧੰਨ ਗੁਰੂ ਕੇ ਸਿੱਖ ਸੇਵਾਦਾਰ ਹਨ। ਇਸ ਪ੍ਰਕਾਰ ਇਹਨਾਂ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਗੁਰੂ ਮਹਾਰਾਜ ਥਾਏ ਪਾਉਣ, ਸਭ ਨੂੰ ਲਾਹਾ ਪ੍ਰਾਪਤ ਹੋਏ। ਗੁਰੂ ਕੀ ਸਾਧ ਸੰਗਤ ਸੰਖੇਪ ਵਿੱਚ ਇਹਨਾਂ ਦਾ ਇੰਨਾ ਕੁ ਜੀਵਨ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਂਦਾ ਸਮੇਂ ਅਨੁਸਾਰ। ਸੋ ਆਓ ਹੁਣ ਜੋ ਸਤਿਗੁਰਾਂ ਨੇ ਇਸ ਸਮੇਂ 'ਤੇ ਗੁਰੂ ਕੀ ਸੰਗਤ ਨੂੰ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਸ ਦੇ ਨਾਲ ਜੁੜਨ ਦਾ ਯਤਨ ਕਰੀਏ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਪਿਆਰੀ ਸਾਧ ਸੰਗਤ, ਪੰਜਵੇਂ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ ਇਸ ਪਵਿੱਤਰ ਗੁਰਬਾਣੀ ਦੇ ਸੰਪਾਦਕ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਹ ਪਵਿੱਤਰ ਬਚਨ ਉਚਾਰਨਾ ਕੀਤਾ ਹੈ, ਜਿਸ ਨੂੰ ਰਾਗ ਮਾਲਾ ਅਨੁਸਾਰ ਧਨਾਸਰੀ ਰਾਗਣੀ ਵੀ ਕਿਹਾ ਗਿਆ ਹੈ। ਪਰ ਸਤਿਗੁਰਾਂ ਨੇ ਸਭ ਨੂੰ ਇੱਕ ਸਮਾਨਤਾ ਬਖਸ਼ਦਿਆਂ ਹੋਇਆਂ ਗੁਰਬਾਣੀ ਵਿੱਚ ਰਾਗ ਹੀ ਲਿਖਣਾ ਕੀਤਾ ਹੈ। ਜਿਨ੍ਹਾਂ ਦਾ ਵੇਰਵਾ ਜਿਹਨੇ ਪੜ੍ਹਨਾ ਹੋਵੇ ਤੇ ਰਾਗ ਮਾਲਾ ਪੜ੍ਹ ਕੇ ਵੇਖੀਏ ਤੇ ਪਤਾ ਲੱਗ ਜਾਂਦਾ ਹੈ। ਸੋ ਗੁਰੂ ਕੀ ਸਾਧ ਸੰਗਤ ਇਸ ਧਨਾਸਰੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਕਿਰਪਾ ਕਰਕੇ 12ਵੇਂ ਘਰ ਦੇ ਵਿੱਚ ਸ਼ਬਦ ਉਚਾਰਨਾ ਕੀਤਾ ਹੈ। ਘਰ ਤੋਂ ਭਾਵੇਂ ਹੈ ਕਿ ਜਿਹੜੇ ਇਸ ਦਾ ਗੁਰਬਾਣੀ ਦਾ ਸ਼ਬਦ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘ ਹਨ, ਉਹਨਾਂ ਨੂੰ ਸਤਿਗੁਰਾਂ ਨੇ ਸੁਝਾਅ ਬਖਸ਼ਣਾ ਕੀਤਾ ਹੈ ਕਿ ਭਾਈ 12ਵੇਂ ਘਰ ਦੇ ਵਿੱਚ ਇਹ ਸੁਰ ਤਾਲ ਦਾ ਖਿਆਲ ਰੱਖਦੇ ਹੋਏ ਇਸ ਗੁਰਬਾਣੀ ਦਾ ਗਹਿਣ ਕੀਤਾ ਜਾਵੇ ਤਾਂ ਇਹਦਾ ਮਹਾਤਮ ਜਿਹੜਾ ਹੈ ਵੱਧ ਜਾਂਦਾ ਹੈ। ਸੋ ਇਹ ਸਤਿਗੁਰਾਂ ਨੇ ਇਹਦਾ ਸਿਰਲੇਖ ਲਿਖਣਾ ਕੀਤਾ। ਉਪਰੰਤ ਜੋ ਮੰਗਲਾ ਚਰਨ ਪਰਮੇਸ਼ਰ ਜੀ ਦਾ ਸਤਿਗੁਰਾਂ ਨੇ ਉਚਾਰਨ ਕੀਤਾ ਕਿ ਸਭ ਤੋਂ ਵੱਡੀ ਸ਼ਕਤੀ ਵਾਲਾ ਜਿਸ ਵਰਗਾ ਹੋਰ ਕੋਈ ਨਹੀਂ, ਉਹਦੇ ਵਰਗਾ ਇੱਕ ਹੀ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਸੋ ਇਸ ਕਰਕੇ ਉਹਦੇ ਵਰਗਾ ਕੋਈ ਹੋਵੇ ਤਾਂ ਉਹਨੂੰ ਜਾਣ ਸਕੇ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਉਹ ਸਭ ਤੋਂ ਉੱਚਾ ਭਗਵੰਤ ਪਰਮੇਸ਼ਰ ਅਕਾਲ ਪੁਰਖ ਹੈ। ਤਾਂ ਹੀ ਇਹ ਵੱਡੀ ਬਖਸ਼ਿਸ਼ ਕੀਤੇ ਨਾਲ ਏਕਾ ਲੱਗ ਜਾਂਦਾ ਹੈ। ਵਿਸ਼ੇਸ਼ਤਾ ਹੀ ਹੈ ਕਿ ਹੋਰ ਨਾਵਾਂ ਵਾਲੇ ਕਈ ਅਨੇਕਾਂ ਦੇਵਤੇ, ਕਈ ਹੋਰ ਪੁਰਖ ਹੋਏ ਹਨ, ਪਰ ਉਹ ਜਿਹੜਾ ਹੈ ਉਹਦੇ ਵਾਸਤੇ ਏਕਾ ਤਾਂ ਲੱਗ ਗਿਆ ਕਿ ਜਿਹੜਾ ਵਿਸ਼ੇਸ਼ ਸਭ ਦਾ ਮੋਢਾ ਹੈ, ਸਭ ਦਾ ਕਰਤਾ ਹੈ, ਹਰੇਕ ਦੇ ਵਿੱਚ ਹਰ ਥਾਂ 'ਤੇ ਵਸਣ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਸਭ ਤੋਂ ਵੱਡਾ ਸ਼ਕਤੀਮਾਨ ਦਵੈਤ ਤੋਂ ਰਹਿਤ ਹੈ, ਉਹਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਅਨੁਸਾਰ ਹੁੰਦੀ ਹੈ। ਇਸ ਤੋਂ ਅੱਗੇ ਸ਼ਬਦ ਦੀ ਰਮਤਾ ਹੋ ਰਹੀ ਹੈ। ਬੰਦਣਾ ਹਰ ਬੰਦਣਾ ਗੁਣ ਗਾ
ਗੋਪਾਲ ਰਾਏ। ਗੁਰੂ ਪਿਆਰੀ ਸਾਧ ਸੰਗਤ, ਬੰਦਨਾ ਤੋਂ ਭਾਵ ਹੁੰਦਾ ਹੈ ਜਿਵੇਂ ਨਮਸਕਾਰ ਕਰਨੀ, ਬੇਨਤੀ ਕਰਨੀ, ਅਰਦਾਸ ਕਰਨੀ, ਤੇ ਉਸ ਪਰਮੇਸ਼ਰ ਦੇ ਅੱਗੇ ਬੰਦਨਾ ਹੈ। ਕਿਉਂਕਿ ਸਤਿਗੁਰਾਂ ਨੇ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਆਦ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸ ਕਰਕੇ ਬੰਦਨਾ ਹਰ ਬੰਦਨਾ, ਗੁਣ ਗਾਓ ਗੋਪਾਲ ਰਾਏ। ਉਸ ਹਰੀ ਨੂੰ ਬੰਦਨਾ ਕਰੋ ਜਿਹੜਾ ਹਰੇਕ ਦੇ ਵਿੱਚ ਹਰ ਸਮੇਂ ਹਰ ਥਾਂ 'ਤੇ ਵਸ ਰਿਹਾ ਹੈ। ਉਹ ਗੋਪਾਲ ਜਿਹੜਾ ਇਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਗਰੀਬ ਦੀ, ਗਊਆਂ ਦੀ, ਇੰਦਰੀਆਂ ਦੀ ਪਾਲਣਾ ਕਰਦਾ ਹੈ, ਵੇਦਾਂ ਗ੍ਰੰਥਾਂ ਦਾ ਜਾਣੂ ਹੈ, ਜਿਹਨੇ ਆਪ ਸਭ ਕੁਝ ਪੈਦਾ ਕੀਤਾ ਹੈ। ਤੇ ਐਸਾ ਪਰਮੇਸ਼ਰ ਜਿਹੜਾ ਹੈ, ਰਾਏ ਤੋਂ ਭਾਵ ਰਾਜਾ ਪਾਤਸ਼ਾਹ ਹੈ, ਜਿਹਦੇ ਵਰਗਾ ਹੋਰ ਕੋਈ ਵੱਡਾ ਰਾਜਾ ਨਹੀਂ। ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਜਿਹੜਾ ਐਸਾ ਪਰਮੇਸ਼ਰ, ਉਹਦਾ ਸਦਾ ਹੀ ਰਾਜ ਨਿਹਚਲ ਹੈ। ਹੁਣ ਅੱਜ ਦੇ ਰਾਜਿਆਂ ਦਾ ਰਾਜ ਜਿਹੜਾ ਪਤਾ ਨਹੀਂ ਛਿੰਨ ਭੰਗਰ ਹੈ। ਇੱਥੇ ਉਹ ਵੀ ਆਏ ਜਿਨ੍ਹਾਂ ਨੇ ਕਈ ਲੱਖ ਸਾਲ ਰਾਜ ਕੀਤਾ, ਪਰ ਪੁਰੀਆਂ 'ਤੇ ਵੀ ਰਾਜ ਕਰ ਲਿਆ। ਇਸ ਤੋਂ ਅੱਗੇ ਵੀ ਉਹਨਾਂ ਦੀ ਪਹੁੰਚ ਹੋਈ, ਇਸ ਸੰਸਾਰ ਤੋਂ ਉਹਨਾਂ ਨੂੰ ਵੀ ਜਾਣਾ ਪਿਆ। ਪਰ ਅੱਜ ਦਾ ਸਮਾਂ ਕੋਈ ਗਿਣਤੀ ਮਿਣਤੀ ਦਾ ਵੀ ਬਹੁਤਾ ਵੱਡਾ ਨਹੀਂ, ਤੇ ਇਹ ਪੈਰ ਰਾਜੇ ਬਹੁਤ ਪਸਾਰ ਰਹੇ ਹਨ ਕਿ ਸਾਡਾ ਹੀ ਸਦਾ ਰਾਜ ਰਹਿਣਾ ਹੈ। ਪਰਮੇਸ਼ਰ ਜਾਣੇ, ਇਹਨਾਂ ਨੂੰ ਆਪ ਸੋਝੀ ਬਖਸ਼ੇ। ਗੁਰੂ ਕੀ ਸਾਧ ਸੰਗਤ, ਸਤਿਗੁਰੂ ਜੀ ਕਹਿੰਦੇ ਉਹ ਰਾਜਾ ਜੀ ਦਾ ਸਦਾ ਰਾਜ ਕਾਇਮ ਹੈ ਤੇ ਸੱਚਾ ਰਾਜ ਹੈ, ਉਹਨੂੰ ਸਦਾ ਧਿਆਉਣਾ ਕਰੀਏ ਤੇ ਗੁਣ ਗਾਉਣਾ ਕਰੀਏ। ਤੇ ਗਾਉਣ ਦਾ ਕਿਉਂ ਦੱਸਿਆ ਹੈ ਕਿ ਗਾਉਣ ਵਾਲਾ ਜਿਹੜਾ ਵਿਅਕਤੀ ਹੈ ਉਹ ਗਾ ਤਾਂ ਸਕਦਾ ਹੈ ਜੇ ਉਹਦੀ ਸੁਰਤੀ ਵਿੱਚ ਹੋਵੇਗੀ। ਕਿਉਂਕਿ ਪਾਠ ਕਰਨ ਲੱਗਿਆਂ ਜਾਂ ਹੋਰ ਕੁਝ ਬਚਨ ਕਰਨ ਲੱਗਿਆਂ, ਸਿਮਰਨ ਕਰਨ ਲੱਗਿਆਂ ਵੀ ਕਈ ਵਾਰ ਵੇਖਿਆ ਜਾਂਦਾ ਹੈ ਰਸਨਾ ਸਾਡੀ ਕੁਝ ਬੋਲਦੀ ਹੈ, ਸੁਰਤੀ ਕਿਤੇ ਚਲੀ ਜਾਂਦੀ ਹੈ। ਪਰ ਜਿਹੜਾ ਗਾਉਣਾ ਹੈ, ਜਿੰਨਾ ਚਿਰ ਸੁਰ ਤਾਲ ਮਿਲਦਾ ਨਾ ਹੋਵੇ ਜਾਂ ਵਿੱਚ ਧਿਆਨ ਨਾ ਹੋਵੇ, ਤੇ ਉਹ ਰਸ ਤੋਂ ਬਰਸ ਹੋ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਸਤਿਗੁਰਾਂ ਤਾਂ ਹੀ ਕਿਹਾ, ਨਾਨਕ ਭੌਜਲ ਪਾਰ ਪਵੇ ਜੋ ਗਾਵੇ ਪ੍ਰਭ ਕੇ ਗੀਤ। ਇਸ ਕਰਕੇ ਜਿਆਦਾ ਧਿਆਨ ਵਿੱਚ ਨਹੀਂ, ਉਹ ਗਾਵੇਗਾ ਕਿਵੇਂ? ਸਤਿਗੁਰੂ ਜੀ ਕਹਿੰਦੇ ਇਸ ਕਰਕੇ ਨੂੰ ਪ੍ਰੇਮ ਨਾਲ ਗਾਓਗੇ ਤੇ ਧਿਆਨ ਵਿੱਚ ਰਵੇਗਾ। ਤੇ ਜਿਹੜਾ ਹਜ਼ੂਰੀ ਦਾ ਪਾਠ ਕੀਤਾ, ਕਥਾ ਕੀਤੀ, ਕੀਰਤਨ ਕੀਤਾ, ਉਹਦਾ ਜਸ ਕੀਤਾ, ਸਿਮਰਨ ਕੀਤਾ, ਉਹਦਾ ਲਾਹਾ ਵੱਧ ਹੁੰਦਾ ਹੈ ਕਿ ਪਰਮੇਸ਼ਰ ਦੀ ਹਾਜ਼ਰੀ ਵਿੱਚ ਹਾਂ। ਉਹ ਵਾਹਿਗੁਰੂ ਸਾਡੇ ਅੰਗ ਸੰਗ ਸਾਨੂੰ ਵੇਖ ਰਿਹਾ ਤੇ ਸਾਡੀ ਗੱਲ ਨੂੰ ਸੁਣ ਰਿਹਾ ਹੈ। ਇਸ ਪ੍ਰਕਾਰ ਨੂੰ ਯਾਦ ਕਰਨਾ ਕਰੀਏ। ਰਹਾਉ ਤੋਂ ਭਾਵ ਸ਼ਬਦ ਦਾ ਮੁੱਖ ਭਾਵ ਸਤਿਗੁਰੂ ਜੀ ਨੇ ਇਹਨਾਂ ਪਹਿਲੀਆਂ ਤੁਕਾਂ ਵਿੱਚ ਹੀ ਦਰਸਾਉਣਾ ਕੀਤਾ ਹੈ ਕਿ ਭਾਈ ਇੱਕ ਦੇ ਨਾਮ ਦਾ ਬੀਜ ਬੀਜਣਾ ਕਰੋ, ਇੱਕ ਗੁਰੂ ਦੀ ਸ਼ਰਨ ਵਿੱਚ ਆਉਣਾ ਕਰੋ। ਕਿਉਂਕਿ ਕਬੀਰ ਜੀ ਕਹਿੰਦੇ, ਕਬੀਰ ਸੂਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ, ਜੋ ਚਿੱਤ ਰਾਖੇ ਏਕ ਸਿਉ ਤੇ ਸੁਖ ਪਾਵੇ ਨੀਤ। ਜਿਹਦਾ ਇੱਕ ਤੇ ਭਰੋਸਾ ਹੈ ਉਹ ਪਾਰ ਹੋ ਜਾਂਦਾ। ਕਿੰਨੇ ਸਾਧਨ ਹਨ, ਪਰ ਸਾਰਿਆਂ ਸਾਧਨਾਂ 'ਤੇ ਜੀਵ ਇੱਕੇ ਵਾਰ ਨਹੀਂ ਸਵਾਰ ਹੋ ਸਕਦਾ। ਇੱਕ ਤੇ ਹੀ ਪੈਰ ਰੱਖ ਕੇ ਉਹ ਤੋਂ ਪਾਰ ਹੋ ਸਕਦਾ ਹੈ, ਆਪਣਾ ਸਫ਼ਰ ਕਰ ਸਕਦਾ ਹੈ। ਇਸੇ ਪ੍ਰਕਾਰ ਇੱਕ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ ਜੀਵ ਜਿਹੜਾ ਹੈ ਉਹ ਲੋਕ ਪਰਲੋਕ ਸਵਾਰ ਲੈਂਦਾ ਹੈ। ਰਹਾਓ ਤੋਂ ਪਾਸ ਸਤਿਗੁਰੂ ਜੀ ਕਹਿੰਦੇ ਉਸ ਦੇ ਇੱਕ ਦੇ ਨਾਮ ਦਾ ਬੀਜ ਬੀਜਣਾ ਕਰੋ। ਵੱਡੇ ਭਾਗ ਭੇਟੇ ਗੁਰਦੇਵਾ। ਕਹਿੰਦੇ ਸਭ ਤੋਂ ਵੱਡੇ ਭਾਗ ਜਿਹਦੇ ਹੋਣ ਉਹ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ ਤੇ ਪਰਮੇਸ਼ਰ ਨੂੰ ਯਾਦ ਕਰਦਾ ਹੈ। ਹੋਰ ਸੰਸਾਰ ਦੇ ਲੋਕ ਕਹਿੰਦੇ ਤੇ ਫਲਾਣੇ ਦਾ ਬੜਾ ਕਾਰੋਬਾਰ, ਵੱਡੇ ਭਾਗ ਹਨ, ਉਹਦੇ ਬੜੇ ਕਰਮਾਂ ਵਾਲਾ ਹੈ, ਪਰਿਵਾਰ ਬੜਾ ਚੰਗਾ ਹੈ, ਉਹਦੇ ਹੋਰ ਕਈ ਤਰ੍ਹਾਂ ਦੇ ਗੁਣ ਗਾਉਂਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਉਹਨਾਂ ਦੇ ਹਨ ਗੁਰੂ ਕੇ ਸਿੱਖਾਂ ਦੇ, ਜੋ ਮਨ ਤਨ ਧਨ ਗੁਰੂ ਅੱਗੇ ਭੇਟ ਕਰਕੇ ਗੁਰੂ ਕੇ ਚਰਨਾਂ ਵਿੱਚ ਆ ਕੇ ਡਿੱਗ ਪੈਂਦੇ ਹਨ। ਤੇ ਸਭ ਤੋਂ ਵੱਡੇ ਉਹਨਾਂ ਗੁਰਸਿੱਖਾਂ ਦੇ ਭਾਗ ਮੰਨੇ ਜਾਂਦੇ ਹਨ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਸਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਗੁਰੂ ਕੀ ਮੱਤ ਅਨੁਸਾਰ ਚੱਲਣ ਵਾਲਾ ਉਹ ਵੱਡਾ ਭਾਗਾਂ ਵਾਲਾ ਹੈ। ਫਿਰ ਇੱਕ ਗੱਲ ਦੀ ਇੱਥੇ ਨਹੀਂ ਗੱਲ ਸਤਿਗੁਰਾਂ ਕੀਤੀ, ਕਹਿੰਦੇ ਕਰੋੜਾਂ ਹੀ ਜਿਹੜੇ ਪਾਪ ਹਨ ਜੀਵ ਦੇ ਉਹ ਸਾਰੇ ਖਤਮ ਹੋ ਜਾਂਦੇ ਹਨ। ਕੋਟ ਅਪਰਾਧ ਮਿਟੇ ਹਰ ਸੇਵਾ। ਉਸ ਵਾਹਿਗੁਰੂ ਦੀ ਸੇਵਾ ਕਰਨੀ, ਆਪਣੇ ਗੁਰੂ ਦੀ ਸੇਵਾ ਕਰਨੀ ਸਭ ਤੋਂ ਉੱਤਮ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਸੇਵਾ ਉਹਦੀ ਕਰੋ ਜਿਹੜਾ ਮੁੜ ਕੇ ਕੋਈ ਲੇਖਾ ਨਾ ਦੇਣਾ ਪਵੇ, ਕੋਈ ਹੋਰ ਥਾਂ 'ਤੇ ਭਟਕਣਾ ਨਾ ਪਵੇ। ਇਸ ਕਰਕੇ ਵੱਡੇ ਪਰਮੇਸ਼ਰ ਦੀ, ਵੱਡੇ ਗੁਰੂ ਦੀ ਸੇਵਾ ਕਰਗੇ ਤਾਂ ਉਹ ਲੇਖੇ ਵਿੱਚ ਪੈਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਕਰੋੜਾਂ ਪਾਪ ਦੇ ਨਾਲ ਨਾਸ ਹੋ ਜਾਂਦੇ ਹਨ। ਜਿਵੇਂ ਲੱਖਾਂ ਮਣਾ ਜਿਹੜਾ ਢੇਰ ਹੋਵੇ ਲੱਕੜਾਂ ਦਾ,
ਇੱਕ ਅੱਗ ਦੀ ਚੰਗਿਆੜੀ ਦੇ ਨਾਲ ਉਹ ਸਾਰਿਆਂ ਨੂੰ ਸਾੜ ਸਕਦੀ ਹੈ, ਉਹ ਅੱਗ ਜਿਹੜੀ ਉਹਦੇ ਨਾਲ ਖਤਮ ਕਰ ਦੇਈਦਾ ਹੈ। ਇਵੇਂ ਪਰਮੇਸ਼ਰ ਦਾ ਨਾਮ ਕਰੋੜਾਂ ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਤੇ ਗੁਰੂ ਕੀ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਤੇ ਕਰੋੜਾਂ ਪਾਪ ਗੁਰੂ ਕੀ ਕਿਰਪਾ ਨਾਲ ਕੱਟੇ ਜਾਂਦੇ ਹਨ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਪਾਪ ਖਤਮ ਕਰ ਦਿੰਦਾ ਹੈ। ਚਰਨ ਕਮਲ ਜਾ ਕਾ ਮਨ ਰਾਪੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਰੱਬ ਦੇ ਪਿਆਰੇ ਦਾ ਗੁਰੂ ਕੇ ਸਿੱਖ ਦਾ ਪ੍ਰੇਮੀ ਦਾ ਜਿਹੜਾ ਉਹਦੇ ਚਰਨਾਂ ਕਮਲਾਂ ਦੇ ਮਨ ਨਾਲ ਮਨ ਰੰਗਿਆ ਗਿਆ ਦੇ ਪ੍ਰੇਮ ਦੇ ਵਿੱਚ, ਤੇ ਉਹਦੇ ਤੇ ਕਿਰਪਾ ਹੁੰਦੀ ਜਦੋਂ ਮਨ ਭਿੱਜ ਗਿਆ। ਕਿਉਂਕਿ ਜਿਹੜਾ ਸਤਿਗੁਰੂ ਜੀ ਕਹਿੰਦੇ ਕੋਰੇ ਰੰਗ ਕਦੇ ਨਾ ਚੜੇ ਜੇ ਸੋ ਲੋਚੇ ਕੋਏ। ਜਿੰਨਾ ਚਿਰ ਅੰਦਰ ਪ੍ਰੇਮ ਤੇ ਸ਼ਰਧਾ ਨਹੀਂ ਉਹਨਾਂ ਚਿਰ ਕਿਰਪਾ ਨਹੀਂ ਹੁੰਦੀ। ਗੁਰੂ ਨਾਨਕ ਦੇ ਘਰ ਦੀ ਇਹ ਵੱਡੀ ਵਿਸ਼ੇਸ਼ਤਾ ਹੀ ਹੈ ਕਿ ਭਾਈ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਉਹ ਤੇ ਆਪ ਸਭ ਨੂੰ ਦਾਤਾਂ ਬਖਸ਼ਦੇ ਹਨ। ਪਰ ਜਿਹਦੇ ਅੰਦਰ ਸ਼ਰਧਾ ਪ੍ਰੇਮ ਹੈ, ਉਹਦੇ ਪ੍ਰੇਮ ਦੇ ਵਿੱਚ ਜਿਹੜਾ ਭਿੱਜ ਗਿਆ ਹੈ, ਉਹਨੇ ਸਭ ਕੁਝ ਪ੍ਰਾਪਤ ਕਰ ਲਿਆ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ। ਜਿਹਦਾ ਮਨ ਉਹਦੇ ਪ੍ਰੇਮ ਵਿੱਚ ਰੰਗਿਆ ਗਿਆ, ਉਹਨੂੰ ਕਿਸੇ ਤਰ੍ਹਾਂ ਦਾ ਸੋਗ, ਕੋਈ ਚਿੰਤਾ, ਝੋਰੇ ਨਹੀਂ ਲੱਗਦੇ, ਤੇ ਉਹਨੂੰ ਕੋਈ ਤ੍ਰਿਸ਼ਨਾ ਦੀ, ਈਰਖਾ ਦੀ, ਦਵੈਤ ਦੀ ਅੱਗ ਵੀ ਜਿਹੜੀ ਹੈ ਪੋਹ ਨਹੀਂ ਸਕਦੀ, ਨੁਕਸਾਨ ਨਹੀਂ ਕਰ ਸਕਦੇ। ਕਿਉਂਕਿ ਸਤਿਗੁਰੂ ਜੀ ਕਹਿੰਦੇ 4 ਪ੍ਰਕਾਰ ਦੀ ਅੱਗ ਦੱਸੀ ਗਈ ਹੈ ਮੁੱਖ ਕਰਕੇ। ਤੇ ਇਸ ਕਰਕੇ ਸਤਿਗੁਰੂ ਦੇ ਜਿਹੜੇ ਪ੍ਰੇਮੀ ਹਨ, ਸਤਿਗੁਰੂ ਜੀ ਕਹਿੰਦੇ ਇਸ ਕਰਕੇ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸਿਮਰਨ ਸਭ ਕਿਛ ਸੁਝੈ। ਉਹ ਵਾਹਿਗੁਰੂ ਦਾ ਨਾਮ ਜਿਹੜਾ ਹੈ ਸਾਰੀਆਂ ਹਰ ਤ੍ਰਿਸ਼ਨਾ ਨੂੰ, ਚਿੰਤਾ ਨੂੰ ਦੂਰ ਕਰ ਦਿੰਦਾ ਹੈ। ਗੁਰੂ ਕੀ ਬਾਣੀ, ਗੁਰੂ ਕਾ ਜਸ ਸੁਣਿਆ, ਸਤਿਗੁਰੂ ਜੀ ਕਹਿੰਦੇ ਹਨ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਪਰਮੇਸ਼ਰ ਦਾ ਜਿਹੜਾ ਬਚਨ ਹੈ ਉਹਨੂੰ ਮਨ ਕਰਕੇ ਸੁਣਨਾ ਕੀਤਾ, ਸੁਣ ਕੇ ਮੰਨ ਕੇ ਉਹਦੇ ਅਨੁਸਾਰ ਜੀਵਨ ਬਣਾਉਣਾ ਕੀਤਾ। ਸਾਗਰ ਤਰਿਆ ਸਾਧੂ ਸੰਗੇ। ਫਿਰ ਉਹਨਾਂ ਨੇ ਭਾਈ ਇਸ ਭਵ ਸਾਗਰ ਨੂੰ ਪਾਰ ਕਰ ਲਿਆ ਹੈ, ਜਿਹੜਾ ਭੈ ਦਾ ਸਮੁੰਦਰ ਸੰਸਾਰ ਹੈ। ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਹੋਈ ਹੈ। ਸਾਧੂ ਕੌਣ ਹਨ? ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ। ਸਭ ਤੋਂ ਵੱਡਾ ਉਹ ਸੂਰਮਾ ਹੈ ਜਿਹਨੇ ਆਪਣੇ ਮਨ ਦੇ ਨਾਲ ਯੁੱਧ ਕੀਤਾ ਹੈ। ਇਸ ਕਰਕੇ ਗੁਰੂ ਕੀ ਸਾਧ ਸੰਗਤ, ਜੋ ਭਗਤ ਕਬੀਰ ਜੀ ਨੇ ਵੀ ਕਥਨ ਕੀਤਾ ਹੈ, ਆਮ ਕਰਕੇ ਜੋ ਮਾਰੂ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ, ਇਹ ਜੰਗ ਯੁੱਧ ਦੇ ਵਿੱਚ ਆਮ ਕਰਕੇ ਸ਼ਬਦ ਬੋਲਿਆ ਜਾਂਦਾ ਹੈ। ਪਰ ਰੱਬ ਦੇ ਪਿਆਰੇ ਵੀ ਸਦਾ ਯੁੱਧ ਕਰਦੇ ਹਨ, ਆਪਣੇ ਮਨ ਦੇ ਨਾਲ, ਆਪਣੇ ਔਗਣਾਂ ਨਾਲ ਯੁੱਧ ਕਰਦੇ ਹਨ। ਜੋ ਨਾ ਕਿਹਾ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਜਿਹੜੇ ਭਗਤੀ ਦੇ ਰਣ ਖੇਤਰ ਵਿੱਚ ਇਹ ਜੀਵ ਆਉਂਦਾ ਹੈ, ਤੇ ਉਸ ਕਰਕੇ ਆਪਣੇ ਔਗਣਾਂ ਤੇ ਆਪਣੇ ਇੰਦਰੀਆਂ ਤੇ ਮਨ ਤੇ ਫਤਿਹ ਪਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਉਹਨਾਂ ਦੀ ਜਿਨ੍ਹਾਂ ਸੰਗਤ ਕੀਤੀ ਹੈ, ਉਹ ਸੌਖੇ ਭਵ ਸਾਗਰ ਤੋਂ ਪਾਰ ਹੋ ਗਏ। ਉਹਨਾਂ ਵਾਸਤੇ ਕੋਈ ਔਖਾ ਨਹੀਂ। ਸਤਿਗੁਰੂ ਜੀ ਕਹਿੰਦੇ ਸਾਗਰ ਤਰਿਓ ਬਾਸ਼ਰ ਖੋਜ। ਜਿਵੇਂ ਗਾਂ ਦੇ ਛੋਟੇ ਜਿਹੇ ਵੱਛੇ ਦਾ ਖੁਰਾ ਹੁੰਦਾ ਪੈਰ ਦਾ, ਉਹਨਾਂ ਵਾਸਤੇ ਉਹ ਏਡਾ ਵੱਡਾ ਭਵ ਸਾਗਰ ਨਿੱਕਾ ਜਾਪਦਾ, ਉਹਨਾਂ ਵਾਸਤੇ ਕੋਈ ਮੁਸ਼ਕਲ ਨਹੀਂ ਜਿਨ੍ਹਾਂ ਦਾ ਇਹ ਭਗਤੀ ਦੇ ਨਾਲ ਮਨ ਭਿੱਜ ਗਿਆ ਹੈ। ਨਿਰਭਉ ਨਾਮ ਜਪੋ ਹਰ ਰੰਗੇ। ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਸਤਿਗੁਰੂ ਜੀ ਕਥਨ ਕਰਦੇ ਹਨ ਭਾਈ ਜਿਹੜਾ ਡਰ ਤੋਂ ਰਹਿਤ ਨਿਰਭਉ ਨਿਰਵੈਰ ਪਰਮੇਸ਼ਰ ਹੈ, ਤੇ ਉਹਦਾ ਜਿਹੜਾ ਨਾਮ ਜਪਣ ਵਾਲਾ ਵੀ ਨਿਰਭਉ ਤੇ ਨਿਰਵੈਰ ਹੋ ਜਾਂਦਾ। ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਗੁਰੂ ਕੀ ਸਾਧ ਸੰਗਤ ਇਹ ਕਿਤੇ ਬਚਨ ਯਾਦ ਆਉਂਦਾ ਹੈ ਕਿ ਇੱਕ ਸਮੇਂ ਕੋਈ ਸਮਾਗਮ ਚੱਲ ਰਿਹਾ ਸੀ, ਤੇ ਇੱਕ ਪਰਮੇਸ਼ਰ ਦਾ ਪਿਆਰਾ ਜੋ ਬਾਣੇ ਦਾ ਧਾਰਨੀ ਸੰਗਤ ਵਿੱਚ ਆ ਗਿਆ। ਦੀਵਾਨ ਲੱਗਾ ਹੋਇਆ ਸੀ ਤੇ ਕਹਿਣ ਲੱਗਾ ਭਾਈ ਮੈਨੂੰ 2-4 ਮਿੰਟ ਦੇ ਦਿਓ, ਮੈਂ ਵੀ ਸੰਗਤ ਦੇ ਦਰਸ਼ਨ ਕਰ ਲਵਾਂ, ਕੁਝ ਬੋਲ ਲਵਾਂ, ਬਚਨ ਸਾਂਝੇ ਕਰ ਲਵਾਂ। ਤੇ ਉੱਥੇ ਪ੍ਰਬੰਧਕਾਂ ਨੇ ਕਿਹਾ ਭਾਈ ਨਹੀਂ, ਅਸੀਂ ਜੋ ਪ੍ਰਬੰਧ ਜਿਹੜਾ ਪਹਿਲਾਂ ਮਿਥਿਆ ਹੋਇਆ ਉਹਦੇ ਅਨੁਸਾਰ ਹੀ ਇਹ ਚੱਲਣਾ ਹੈ ਜਿਹੜਾ ਸਮਾਗਮ ਹੈ। ਜਦੋਂ ਉਹਨੇ ਬਾਰ-ਬਾਰ ਕਿਹਾ ਤੇ ਕੋਈ ਸਿਆਣੇ ਗੁਰਮੁਖਾਂ ਕਿਹਾ ਚੱਲ 2 ਮਿੰਟ ਇਹਦੇ ਵੀ ਵਿਚਾਰ ਸੁਣ ਲਓ। ਗੁਰੂ ਕੀ ਸਾਧ ਸੰਗਤ ਦੱਸਿਆ ਜਾਂਦਾ ਹੈ ਕਿ ਉਹ ਨਿਹੰਗ ਸਿੰਘ ਦੇ ਬਾਣੇ ਵਿੱਚ ਜਦੋਂ ਉਹ ਸਿੰਘ ਆ ਕੇ ਸਾਹਮਣੇ ਸੰਗਤਾਂ ਦੇ ਰੂਬਰੂ ਹੋਇਆ, ਤੇ ਉਸ ਵੇਲੇ ਕਿਹਾ ਭਾਈ ਉਹਦੇ ਮੇਰੇ ਕੋਲ, ਉਹਨੇ ਕਿਹਾ ਮੇਰੇ ਕੋਲ 3 ਤਰ੍ਹਾਂ ਦੀਆਂ ਤਸਵੀਰਾਂ ਹਨ। ਇੱਕ ਦੇਵੀ ਮਾਤਾ ਦੀ ਹੈ, ਤੇ ਇੱਕ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਹੈ, ਇਸੇ ਤਰ੍ਹਾਂ ਇੱਕ ਹੋਰ ਹੈ। ਤੇ ਉਹਨਾਂ ਕਿਹਾ ਭਾਈ ਤੁਸੀਂ ਦੱਸੋ ਕਿਸ ਨੂੰ ਮੰਨਦੇ ਹੋ। ਜਦੋਂ ਦੇਵੀ ਦੇ ਭਗਤਾਂ ਨੇ ਇਹ ਬਚਨ ਸੁਣਿਆ, ਉਹ ਕਹਿਣ ਲੱਗਾ ਜਿਹੜੇ ਇਹ ਦੇਵੀ ਦੇ ਭਗਤਾਂ ਨੇ ਆਪਣੇ ਹੱਥ ਖੜੇ ਕਰੋ। ਤੇ ਜਿਨ੍ਹਾਂ ਨੇ ਹੱਥ ਖੜੇ ਕੀਤੇ ਕਿ ਅਸੀਂ ਦੇਵੀ ਦੇ ਪੁਜਾਰੀ ਹਾਂ, ਤੇ ਉਹ ਕਹਿਣ ਲੱਗੇ ਗੁਰੂ ਕੀ ਬਾਣੀ ਕਹਿੰਦੀ ਹੈ ਮਹਾ ਮਾਈ ਕੀ ਪੂਜਾ ਕਰੈ ਨਰ ਸੇ ਨਾਰ ਹੋਏ ਅਵਤਰੇ। ਕਿ ਜਿਹਨੂੰ ਕੋਈ ਮੰਨਣ ਵਾਲਾ ਹੈ, ਪਹਿਲੀ ਗੱਲ ਤੇ ਉਹਨੂੰ ਦੁਨੀਆ ਦੇ ਸੁੱਖ ਕੋਈ ਦੇ ਸਕਦਾ ਹੈ। ਗੁਰੂ ਪੂਰੇ ਤੋਂ ਬਿਨਾਂ
ਦੇਵੀ ਨੇ ਆਪ ਕਿਹਾ ਹੈ ਕਿ ਮੈਂ ਵਰਾਂ ਦੀ ਦਾਤੀ ਹਾਂ, ਜਿਹੜੀ ਮੁਕਤੀ ਦੀ ਦਾਤੀ ਮੈਂ ਨਹੀਂ ਹਾਂ। ਮੈਨੂੰ ਜਿੰਨੀ ਪਰਮੇਸ਼ਰ ਨੇ ਸ਼ਕਤੀ ਦਿੱਤੀ ਮੈਂ ਉਹੀ ਵਰਤਦੀ ਹਾਂ। ਇਸ ਕਰਕੇ ਜੇ ਬਹੁਤੀ ਉਹ ਕਿਸੇ 'ਤੇ ਖੁਸ਼ ਹੋ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਜਾਂ ਉਹਦਾ ਸਵਾਰ ਬਣਨਾ ਪੈਂਦਾ ਹੈ ਤੇ ਜਾਂ ਉਹਦਾ ਰੂਪ ਫਿਰ ਬੰਦੇ ਤੋਂ ਜਨਾਨੀ ਬਣ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ, ਗੁਰਬਾਣੀ ਕੇ ਬਚਨ ਹਨ। ਇਸੇ ਤਰ੍ਹਾਂ ਉਹਨੇ ਸ਼ਿਵ ਜੀ ਦੀ ਇੱਕ ਜਿਹੜੀ ਫੋਟੋ ਵਿਖਾਈ ਤੇ ਉਹ ਕਹਿਣ ਲੱਗਾ ਭਾਈ ਇਹਨੂੰ ਕੌਣ ਮੰਨਦਾ ਹੈ। ਜਦੋਂ ਉਹਨਾਂ ਨੇ ਕੁਝ ਉਹਦੇ ਭਗਤਾਂ ਨੇ ਹੱਥ ਖੜੇ ਕੀਤੇ ਤੇ ਉਹ ਕਹਿੰਦੇ ਭਾਈ ਜੇ ਸ਼ਿਵ ਜੀ ਨੂੰ ਮੰਨਦੇ ਤੇ ਤੁਹਾਡਾ ਰੂਪ ਉਹੋ ਜਿਹਾ ਕਿਉਂ ਨਹੀਂ। ਇਸ ਪ੍ਰਕਾਰ ਉਹਨਾਂ ਨੂੰ ਸੋਝੀ ਬਖਸ਼ ਕੇ ਫਿਰ ਤੀਜਾ ਜਿਹੜਾ ਹੈਗਾ ਸੀ ਉਹਨਾਂ ਕੋਲ ਸਰੂਪ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਣਿਆ ਹੋਇਆ। ਉਹ ਕਹਿਣ ਲੱਗਾ ਇਹ ਕਿਸ ਦਾ ਸਰੂਪ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਹੈ। ਤੇ ਜੇ ਸਾਨੂੰ ਉਹਨਾਂ ਸਿੱਖੀ ਬਖਸ਼ੀ ਹੈ ਤੇ ਆਪਣਾ ਵਾਲਾ ਸਰੂਪ ਵੀ ਬਖਸ਼ਿਆ। ਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਪਰਮੇਸ਼ਰ ਦਾ ਬਾਣਾ, ਪਰਮੇਸ਼ਰ ਦੀ ਬਾਣੀ, ਪਰਮੇਸ਼ਰ ਦੀ ਭਾਸ਼ਾ ਸੱਚਖੰਡ ਤੋਂ ਲਿਆ ਕਰਕੇ ਉਹਨਾਂ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਆਪਣੀ ਸਿੱਖ ਸੰਗਤਾਂ ਨੂੰ ਬਖਸ਼ਣਾ ਕੀਤੀ ਤੇ ਨਿਹਾਲ ਕੀਤਾ। ਇਸ ਕਰਕੇ ਜੋ ਪਰਮੇਸ਼ਰ ਦਾ ਬਾਣਾ ਖੜਗ ਕੇ ਤਾਂ ਆਪਾਂ ਪੜ੍ਹਦੇ ਸੁਣਦੇ ਹਾਂ। ਅਸ਼ਟੋਜ ਕਹਿੰਦੇ ਹਾਂ ਉਹਦੇ ਕੋਲ ਸੱਚਾ ਨਿਸ਼ਾਨ ਵੀ ਹੈ, ਉਹਦੇ ਕੋਲ ਕਿਰਪਾਨ ਵੀ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ, ਤੁਹਾਨੂੰ ਧਾਰਨ ਵਾਲੇ ਜਿਹੜੇ ਉਹਦਾ ਰੂਪ ਹੋ ਜਾਂਦੇ ਹਨ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਵੇਖੋ ਜਿਹੋ ਜਿਹਾ ਸਰੂਪ ਹੈ। ਉਹ ਕਹਿਣ ਲੱਗਾ ਸਿੱਖਾਂ ਨੂੰ ਨੇ ਉਹੋ ਜਿਹਾ ਸਰੂਪ ਬਖਸ਼ਣਾ ਕੀਤਾ ਹੈ ਭਾਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਐਸੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਤੇ ਉਹ ਬਖਸ਼ਿਸ਼ ਹੋ ਜਾਂਦੀ ਤੇ ਰੱਬ ਦਾ ਰੂਪ ਹੋ ਜਾਂਦੇ ਹਨ। ਪਰ ਤਨ ਦੁਖ ਕਿਸ ਪਾਪ ਨਾ ਨਿਬੇੜੇ। ਇਸ ਕਰਕੇ ਪਰ ਤਨ ਦੋਖ, ਇੱਕ ਹੁੰਦਾ ਪਰਾਏ ਦਾ ਕਿਸੇ ਦਾ ਧਨ ਵੇਖ ਕੇ, ਕਮਾਈ ਵੇਖ ਕੇ ਤੇ ਮਨ ਵਿੱਚ ਸਾੜਾ ਕਰਨਾ, ਇਹਨੂੰ ਪਰਾਈ ਤਾਤ ਵੀ ਕਿਹਾ ਹੈ। ਇਸੇ ਤਰ੍ਹਾਂ ਜਿਵੇਂ ਦੁੱਖ ਹੁੰਦੇ ਹਨ, ਦੋਖ ਹਨ, 5 ਦੋਸ਼ ਹਨ, ਔਗਣ ਵੱਡੇ ਕਹਿ ਲਈਏ। ਜਿਵੇਂ ਕਿਸੇ ਦੇ ਵੱਲ ਵੇਖ ਕੇ ਈਰਖਾ ਕਰਨੀ, ਦਵੈਤ ਕਰਨੀ, ਕਿਸੇ ਨਾਲ ਸੰਮਤੀ ਨਾ ਹੋਣੀ। ਇਸ ਪ੍ਰਕਾਰ ਉਹ ਜਿਹੜੇ 5 ਦੋਸ਼ ਗਿਣੇ ਗਏ ਹਨ ਤੇ ਸਤਿਗੁਰੂ ਜੀ ਕਹਿੰਦੇ ਹਨ ਉਹ ਕਿਸੇ ਦੇ ਨੇੜੇ ਨਹੀਂ ਆਉਂਦੇ ਰੱਬ ਦੇ ਪਿਆਰੇ ਦੇ। ਜਿਹੜਾ ਪਰਮੇਸ਼ਰ ਦੇ ਰਾਧ ਨੇ ਗੁਣ ਗਾਉਣ ਵਾਲਾ ਹੈ, ਗੁਰੂ ਕੀ ਆਗਿਆ ਨੂੰ ਮੰਨਣ ਵਾਲਾ ਹੈ। ਜਮ ਜਦਾਰ ਨ ਆਵੇ ਨੇੜੇ। ਤੇ ਫਿਰ ਜਮ ਜੰਦਾਰ, ਜਮ ਜਿਹੜਾ ਜੰਦਾਰ ਦੇ ਕਈ ਪ੍ਰਕਾਰ ਅਰਥ ਦੱਸੇ ਹਨ। ਇੱਕ ਤੇ ਉਹ ਹੈ ਕਿ ਜਿਹੜਾ ਜਿੰਦ ਦਾ ਵੈਰੀ ਹੈ, ਜਾਨ ਦਾ ਵੈਰੀ ਹੈ, ਜਾਨ ਕੱਢਣ ਵਾਲਾ ਜੀਵ ਦੀ। ਤੇ ਦੂਜਾ ਭਾਵ ਇਹ ਹੈ ਕਿ ਉਹਦੇ ਕੋਲ ਐਸਾ ਸ਼ਸਤਰ ਹੈ, ਉਹ ਜਮਦਾੜ ਉਹਨੂੰ ਕਿਹਾ ਜਾਂਦਾ ਹੈ। ਜਿਹੜੇ ਸਤਿਗੁਰਾਂ ਨੇ ਕਿਹਾ ਹੈ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲਗਾ ਭਾਰ। ਕਹਿੰਦੇ ਇਹੋ ਜਿਹੀ ਉਹ ਜਿਹੜੀ ਗੁਰਜ ਹੈ ਜਿਹਦੇ ਅੱਗੇ ਤਿੱਖੇ ਸੂਏ ਲੱਗੇ ਹੁੰਦੇ ਹਨ, ਜਦੋਂ ਆ ਕੇ ਉਸ ਜੀਵ ਦੇ ਸਿਰ 'ਤੇ ਮਾਰਦੇ ਹਨ ਤੇ ਜੀਵ ਤੜਫ ਕੇ ਉੱਠਦਾ ਹੈ ਇਹ ਮੇਰੇ ਨਾਲ ਕੀ ਬਣ ਗਿਆ। ਉਹ ਜਿਹਨਾਂ ਸੰਸਾਰ ਦੇ ਜੀਵਾਂ ਦੀ ਜਿੰਦ ਕੱਢਣ ਵਾਲਾ ਹੈ ਉਹ ਰੱਬ ਦੇ ਭਗਤਾਂ ਦੇ ਨੇੜੇ ਨਹੀਂ ਆਉਂਦਾ। ਕਿਉਂ? ਉਹਨਾਂ ਦੇ ਅੰਦਰ ਗੁਰੂ ਕਾ ਸ਼ਬਦ ਵਸਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀਓ, ਵੇ ਪ੍ਰਵਾਹ ਹੈ। ਇਸ ਕਰਕੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਏ। ਉਹ ਪਾਸੇ ਜਮ ਭੱਜ ਜਾਂਦਾ ਹੈ, ਗੁਰੂ ਕੇ ਪਿਆਰੇ ਦਾ ਰਸਤਾ ਛੱਡ ਜਾਂਦਾ ਹੈ। ਉਹਦੇ ਅੱਗੇ ਕੋਈ ਰੋਗ ਪਾਉਣ ਵਾਲਾ ਨਹੀਂ ਜਿਹੜਾ ਰੱਬ ਦਾ ਪਿਆਰਾ ਹੈ। ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਏ। ਇਸ ਕਰਕੇ ਪਰਮੇਸ਼ਰ ਨੇ ਰਹਿਮਤ ਕੀਤੀ ਨੂੰ ਗੁਰੂ ਕੀ ਸ਼ਰਨ ਵਿੱਚ ਲਿਆਉਣਾ ਕੀਤਾ ਹੈ ਤੇ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਣਾ ਕੀਤੀ ਹੈ ਤੇ ਉਹਦੇ ਅੰਦਰ ਦੀ ਸਾਰੀ ਤ੍ਰਿਸ਼ਨਾ ਬੁਝ ਗਈ ਹੈ। ਕਿਉਂਕਿ ਤ੍ਰਿਸ਼ਨਾ ਬੁਝੈ ਹਰਿ ਕੇ ਨਾਮ। ਸਭ ਤੋਂ ਵੱਡਾ ਜਿਹੜਾ ਦਾਰੂ ਹੈ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਉਹ ਐਸਾ ਦਵਾ ਦਾਰੂ ਉਹਨੂੰ ਬਖਸ਼ਣਾ ਕੀਤਾ ਹੈ ਜਿਹਦੇ ਨਾਲ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ ਤੇ ਜੀਵ ਸਦਾ ਵਾਸਤੇ ਰੱਜ ਗਿਆ ਹੈ। ਉਹਨੂੰ ਕੋਲ ਕੁਝ ਪ੍ਰਾਪਤ ਹੋ ਜਾਵੇ ਤਾਂ ਵੀ ਆਨੰਦ ਹੈ, ਨਾ ਮਿਲੇ ਤਾਂ ਵੀ ਆਨੰਦ ਹੈ। ਹਰ ਹਾਲਤ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖਦਾ ਹੈ। ਨਾਨਕ ਉਦਰੇ ਪ੍ਰਭ ਸਰਨਾਏ, ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਏ। ਨਾਨਕ ਉਦਰੇ ਪ੍ਰਭ ਸਰਨਾਏ। ਇਸ ਕਰਕੇ ਸਤਿਗੁਰੂ ਜੀ ਇਸ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਗੁਰੂ ਕੀ ਸਾਧ ਸੰਗਤ ਕਹਿੰਦੇ ਹਨ ਕਿ ਭਾਈ ਉਹ ਉਧਰੇ ਹਨ, ਪਾਰ ਹੋ ਗਏ ਹਨ ਭਵ ਸਾਗਰ ਤੋਂ, ਇਹ ਸੰਸਾਰ ਤੋਂ, ਜਮਾਂ ਦੀ ਮਾਰ ਤੋਂ ਬਚ ਗਏ ਹਨ। ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਹਨ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਸ ਕਰਕੇ ਉਹ ਬਚ ਗਏ ਹਨ ਜਿਨ੍ਹਾਂ ਨੇ ਗੁਰੂ ਕੀ ਸ਼ਰਨ ਵਿੱਚ ਆਪਣਾ ਜਿਹੜਾ ਤਨ ਮਨ ਧਨ ਹਾਜ਼ਰ ਕਰਕੇ ਗੁਰੂ ਕੇ ਸਾਰ ਬਚਨ ਨੂੰ ਮੰਨਣਾ ਕੀਤਾ ਹੈ। ਉਹਨਾਂ 'ਤੇ ਕਿਰਪਾ ਹੋਈ ਹੈ।
ਗੁਰੂ ਪਿਆਰੀ ਸਾਧ ਸੰਗਤ, ਇੱਥੇ ਹੀ ਇਸ ਵਿਚਾਰ ਦੀ ਵਿਸਰਾਮਤਾ ਹੈ। ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਹੋਇਆਂ ਇਸ ਮੂਰਖ ਅਣਜਾਣ ਜੀਵ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਸਤਿਗੁਰੂ ਬਖਸ਼ਣ ਯੋਗ ਹੋ ਗੁਣਾਂ ਨੂੰ ਨਾਚ ਤਾਰਨਾ ਕੇ ਤੋਂ ਸੋਝੀ ਬਖਸ਼ਣੀ। ਗੁਰੂ ਕੇ ਬਚਨ ਜਾਣ ਕਰਕੇ ਹਿਰਦੇ ਵਿੱਚ ਸੌਣ ਦੀ ਕਿਰਪਾ ਕਰਨੀ। ਜਿਨ੍ਹਾਂ ਗੁਰਮੁਖਾਂ ਗੁਰਬਾਣੀ ਦਾ ਸਤਿਕਾਰ ਕੀਤਾ, ਸਤਿਗੁਰੂ ਸਾਹਿਬ ਦੀ ਹਾਜ਼ਰੀ ਦਰ ਪਰ ਮਨਜ਼ੂਰ ਕਰਨ। ਸੋ ਮਨੋਕਾਮਨਾ ਪੂਰਨ ਕਰਨ, ਗੁਰ ਸਿੱਖੀ ਜੀਵਨ ਬਖਸ਼ਣ। ਹੁਣ ਗੁਰੂ ਕੀ ਸਾਧ ਸੰਗਤ ਕੁਝ ਸਮੇਂ ਵਾਸਤੇ ਜਿਹੜੇ ਕੁਈਸ਼ਰ ਸਿੰਘ ਆਏ ਹਨ, ਉਹਨਾਂ ਨੇ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। ਇਸ ਤੋਂ ਉਪਰੰਤ ਨਾਲ ਹੀ ਗੁਰੂ ਕਾ ਕੜਾਹ ਪ੍ਰਸ਼ਾਦ ਵਰਤਣਾ ਹੈ। ਫਿਰ ਜਥਾ ਸ਼ਕਤ ਸੇਵਕਾਂ ਨੇ ਜੋ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦ ਪਾਣੀ ਤਿਆਰ ਕੀਤਾ, ਸੰਗਤਾਂ ਨੇ ਛਕਣਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।